ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪੇ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ ਕਿ ਉਹ ਕਰਨੀ ਜਿਹੜੀ ਸੱਚੀ ਕਰਨੀ ਹੈ, ਉਹ ਗੁਰ ਮਿਲ ਕੇ ਸੂ ਕਰਨੀ ਕਾਮਨ ਗੁਰ ਮਿਲ ਹਮ ਪਾਈ। ਸੱਚੀ ਕਰਨੀ ਹੈ ਜਿਹੜੀ ਗੁਰ ਨੂੰ ਮਿਲ ਕੇ ਉਹ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਔਰਤ ਚੰਗੇ ਕਰਮ, ਚੰਗਾ ਸਿੱਖਿਆ ਲੈ ਕੇ ਸਹੁਰੇ ਘਰ ਜਾਂਦੀ ਹੈ, ਉਸ ਘਰ ਨੂੰ ਸੁਖੀ ਕਰ ਦਿੰਦੀ ਹੈ। ਇੱਦਾਂ ਹੀ ਜਿਹੜੇ ਜੀਵ ਉਹ ਸੱਚੀ ਕਰਨੀ ਗੁਰ ਤੋਂ ਲੈ ਕੇ ਚੱਲਦੇ ਨੇ ਅਤੇ ਉਹ ਘਰ ਵਿੱਚ ਵਸਦੇ ਨੇ, ਉਹ ਘਰ ਵੀ ਸੋਭਾਵੰਤ ਹੋ ਜਾਂਦਾ ਹੈ। ਉਹ ਆਪਾਂ ਕੱਲ੍ਹ ਵਿਚਾਰ ਰਹੇ ਸੀ ਕਿ ਆਪ ਵੀ ਉਹ ਚੱਲਦੇ ਹੋਰਾਂ ਨੂੰ ਵੀ ਸੁਧਾਰਦੇ ਨੇ। ਸਭ ਤੋਂ ਸ੍ਰੇਸ਼ਟ ਉਸ ਨੂੰ ਮੰਨਿਆ ਜਾਂਦਾ, ਜਿਵੇਂ ਸੁਲੱਖਣੀ ਹੁੰਦੀ ਹੈ, ਸ਼ੁਭ ਲੱਖਣਾਂ ਵਾਲੀ, ਜਿਹਨੂੰ ਆਪਾਂ ਗੁਣਵੰਤੀ ਵੀ ਕਹਿੰਦੇ, ਘਰ 'ਚ ਆਉਂਦੇ ਉਸ ਨੂੰ ਘਰ ਦੇ ਵਿੱਚ ਮਾਣ ਮਿਲਦਾ ਹੈ, ਸ੍ਰੇਸ਼ਟਤਾ ਮਿਲਦੀ ਹੈ। ਇੱਦਾਂ ਹੀ ਜਿਹੜੇ ਪ੍ਰਭੂ ਦੇ ਨਾਲ ਪਿਆਰ ਕਰਦੇ ਨੇ, ਸੱਚੀ ਕਰਨੀ ਕਰਦੇ ਨੇ, ਉਹਦੇ ਹੁਕਮ ਦੇ ਵਿੱਚ ਚੱਲਦੇ ਨੇ, ਪ੍ਰਭੂ ਦੇ ਘਰ ਦੇ ਵਿੱਚ ਉਹਨਾਂ ਨੂੰ ਸ੍ਰੇਸ਼ਟ ਸਮਝਿਆ ਜਾਂਦਾ ਹੈ। ਉਹਨਾਂ ਦੇ ਕੋਲ ਸ੍ਰੇਸ਼ਟ ਗਿਆਨ ਹੈ, ਉਹਨਾਂ ਦਾ ਮਨ ਇਸ਼ਨਾਨ ਕਰਦਾ ਹੈ, ਉੱਤਮ ਉਹ ਇਸ਼ਨਾਨ ਹੈ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਸਭ ਪਰਿਵਾਰੇ ਮਾਹੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ, ਤਨ ਸੁਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖ ਹੈ ਸੁਖ ਵਿਹਾਏ। ਵੀ ਜਿੱਥੇ ਫਿਰ ਪ੍ਰਗਟ ਆਉਂਦਾ ਹੈ ਸੁਖ ਹੀ ਹੈ, ਉਹ ਘਰ ਵੀ ਧਨ ਹੈ। ਜਿਨ੍ਹਾਂ ਨੂੰ ਉਹ ਮੱਤ ਪ੍ਰਗਟ ਆਉਂਦੀ ਜਿਹੜੀ ਸੱਚੀ ਕਰਨੀ ਹੈ, ਗੁਰ ਦੀ ਮੱਤ ਜਿਸ ਨੂੰ ਆਪਾਂ ਕਹਿ ਦਈਏ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਨੂੰ ਆਪਾਂ ਵਿਚਾਰਦੇ ਹਾਂ। ਅਗਲਾ ਸ਼ਬਦ ਹੈ ਮਾਇਆ ਤੇ। ਇਹ ਸੁਕਰਨੀ ਸੀ। ਅਗਲਾ ਸ਼ਬਦ ਹੈ ਮਾਇਆ ਤੇ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ, ਆਸਾ ਮਹੱਲਾ ਪੰਜਵਾਂ। ਰਹੋ ਪੰਕਤੀਆਂ ਨੇ। ਘਰ ਕੀ ਨਾਇਕ ਘਰ ਵਾਸ ਨਾ ਦੇਵੈ। ਇਹ ਜਿਹੜੀ ਮਾਇਆ ਹੈ, ਇਹ ਮਨ ਨੂੰ ਘਰ ਦੇ ਵਿੱਚ ਵਸਣ ਨਹੀਂ ਦਿੰਦੀ। ਯਤਨ ਕਰੋ ਔਰ ਜਾਏ ਪ੍ਰੇਵੈ। ਜੇ ਅਸੀਂ ਯਤਨ ਵੀ ਕਰਦੇ ਹਾਂ ਕਿ ਆਪਣੇ ਹਿਰਦੇ ਦੇ ਵਿੱਚ ਧਿਆਨ ਲਾ ਲਈਏ, ਇਹ ਸਾਡੇ ਮਨ ਨੂੰ ਟਿਕਣ ਨਹੀਂ ਦਿੰਦੀ। ਕੋਸ਼ਿਸ਼ ਕਰਦੇ ਹਾਂ ਫਿਰ ਵੀ ਉਲਝਾ ਲੈਂਦੀ ਹੈ। ਜਿਹੜਾ ਸਾਡਾ ਨਿਜ ਘਰ ਹੈ, ਉੱਥੇ ਸਾਡੇ ਮਨ ਨੂੰ ਇਹ ਮਾਇਆ ਬਸਣ ਨਹੀਂ ਦਿੰਦੀ। ਅਤੇ ਜੇ ਅਸੀਂ ਕੋਸ਼ਿਸ਼ ਕਰਦੇ, ਉਹ ਫਿਰ ਵੀ ਉਲਝਾ ਲੈਂਦੀ ਹੈ। ਯਤਨ ਕਰੋ ਔਰ ਜਾਏ ਪ੍ਰੇਵੈ। ਫਿਰ ਵੀ ਉਲਝਾਵ ਦੇ ਵਿੱਚ ਫਸਾ ਲੈਂਦੀ ਹੈ, ਸਾਨੂੰ ਉਲਝਾ ਲੈਂਦੀ ਹੈ ਮਨ ਨੂੰ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਇਹ ਮਾਇਆ ਕਿਵੇਂ ਖੇਡ ਖੇਡਦੀ ਹੈ, ਸਤਿਗੁਰੂ ਸਮਝਾਉਂਦੇ ਨੇ। ਮਤਾ ਕਰੋ ਸੋ ਪਕਾ ਨਾ ਦੇਈ। ਅਸੀਂ ਜੋ ਮਨ ਸੋਚਦਾ ਹੈ ਵੀ ਮੈਂ ਇਹ ਕਰਨਾ ਹੈ, ਮਾਇਆ ਉਸ ਨੂੰ ਕਰਨ ਨਹੀਂ ਦਿੰਦੀ। ਮਾਇਆ ਕੀ ਹੈ? ਕੋਈ ਪੈਸਾ ਨਹੀਂ। ਜਿਹੜੇ ਵਿਚਾਰ ਨੇ, ਤ੍ਰੈਗੁਣੀ ਵਿਚਾਰ ਨੇ, ਜਿਹੜੀ ਮਨ ਨੂੰ ਦਲਾਈ ਫਿਰਦੀ ਹੈ, ਜਿਹੜੇ ਤ੍ਰੈਗੁਣੀ ਵਿਚਾਰ ਨੇ, ਇਹ ਮਾਇਆ ਹੈ। ਜਿਹੜਾ ਚੌਥਾ ਪਦ ਦਾ ਗਿਆਨ ਹੈ, ਉਹ ਮਾਇਆ ਨਹੀਂ ਹੈ।
ਇਸ ਕਰਕੇ ਇਹ ਸਾਨੂੰ ਟਿਕਣ ਨਹੀਂ ਦਿੰਦੀ। ਕਹਿੰਦੇ ਜੋ ਅਸੀਂ ਸੋਚਦੇ ਹਾਂ, ਜੇ ਅਸੀਂ ਕਹਿੰਦੇ ਵੀ ਧਿਆਨ ਲਾ ਕੇ ਬੈਠਣਾ, ਫਿਰ ਵੀ ਸਾਨੂੰ ਖਿੱਚ ਲੈ ਜਾਂਦੇ ਨੇ। ਸੀਲ ਸੰਜਮ ਕੈ ਨਿਕਟ ਖਲੋਈ। ਜਿਹੜੇ ਕਹਿੰਦੇ ਨੇ ਵੀ ਅਸੀਂ ਆਪਣੇ ਸੰਜਮ ਕਰਦੇ ਹਾਂ, ਆਪਣੇ ਤਰੀਕੇ ਨਾਲ ਨਿਤਨੇਮ ਹੋਰ ਜੋ ਵੀ, ਉਹਨਾਂ ਦੇ ਵੀ ਇਹ ਨੇੜੇ ਹੀ ਖੜੀ ਰਹਿੰਦੀ ਹੈ, ਉਹਨਾਂ ਨੂੰ ਟਿਕਣ ਨਹੀਂ ਦਿੰਦੀ। ਬੇਸ ਕਰੇ ਬਹੁ ਰੂਪ ਦਿਖਾਵੇ। ਬਹੁਤ ਭੇਸ ਕਰਦੀ ਹੈ, ਬਹੁਤ ਤਰ੍ਹਾਂ ਦੇ ਰੂਪ, ਵੱਖਰਾ ਵੱਖਰਾ ਵਿਚਾਰ ਦੇ ਕੇ ਵੱਖਰਾ ਵੱਖਰਾ ਪਾਸੇ ਨੂੰ ਧਿਆਨ ਲੈ ਕੇ ਖਿੱਚ ਲੈ ਜਾਂਦੀ ਹੈ। ਗ੍ਰਹਿ ਵਸਣ ਨਾ ਦੇਈ ਵੱਖ ਵੱਖ ਭਰਮਾਵੇ। ਆਪਣੇ ਘਰ 'ਚ ਇਹਨੂੰ ਵਸਣ ਨਹੀਂ ਦਿੰਦੀ, ਮਨ ਨੂੰ ਭਰਮ ਦੇ ਵਿੱਚ ਪਾ ਕੇ ਕਦੇ ਉੱਧਰ ਲੈ ਜਾਂਦੀ, ਕਦੇ ਦਸਾਂ ਦਿਸ਼ਾਵਾਂ ਨੂੰ ਖਿੱਚਦੀ ਹੈ, ਜਿਹੜੀ ਮਾਇਆ ਹੈ। ਇਸ ਕਰਕੇ ਬਾਬਾ ਕਬੀਰ ਜੀ ਨੇ ਮਾਇਆ ਨੂੰ ਚੋਰਟੀ ਕਿਹਾ ਹੈ। ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੈ ਹਾਟ। ਕਹਿੰਦੇ ਠੱਗਦੀ ਹੈ, ਫਿਰ ਹੋਰ ਤਰੀਕੇ ਨਾਲ ਹੱਟ ਲਾ ਕੇ ਠੱਗ ਲੈਂਦੀ ਹੈ, ਫਿਰ ਹੋਰ ਤਰੀਕੇ ਨਾਲ ਕਦੇ ਰਜੋ ਗੁਣ 'ਤੇ ਲੈ ਜਾਂਦੀ, ਕਦੇ ਤਮੋ ਗੁਣ 'ਤੇ ਲੈ ਜਾਂਦੀ ਹੈ, ਕਦੇ ਸਤੋ ਗੁਣ 'ਤੇ ਲੈ ਜਾਂਦੀ ਹੈ। ਇੱਦਾਂ ਸਾਨੂੰ ਇਹ ਮਾਇਆ ਲੁੱਟਦੀ ਹੈ। ਏਕ ਕਬੀਰਾ ਨਹਿ ਮੁਸੈ ਜਿਨ ਕੀਨੀ ਬਾਟ। ਪਰ ਕਹਿੰਦੇ ਅਸੀਂ ਨਹੀਂ ਇੱਥੋਂ ਠੱਗੇ ਜਾਂਦੇ, ਕਿਉਂਕਿ ਸਾਡਾ ਰਸਤਾ ਹੀ ਵੱਖਰਾ ਹੋ ਗਿਆ ਹੈ। ਇਹ ਤ੍ਰੈਗੁਣਾ ਦੀ ਮਾਇਆ ਹੈ ਜਿਹੜੀ ਇਹ ਜੀਵਾਂ ਨੂੰ ਠੱਗਦੀ ਹੈ। ਜਿਹੜਾ ਚੌਥਾ ਪਦ ਹੈ, ਜਿਹੜੇ ਇੱਕ ਦ੍ਰਿਸ਼ਟ ਹੋ ਜਾਂਦੇ, ਧਿਆਨ ਲਾਉਣ ਲੈਂਦੇ, ਉਹਨਾਂ ਨੂੰ ਫਿਰ ਇਹ ਨਹੀਂ ਰੁਕਾਵਟ ਪਾਉਂਦੀ। ਇਹ ਕਿੱਥੋਂ ਆਈ ਹੈ? ਮਹਾਰਾਜ ਕਹਿੰਦੇ ਧੁਰ ਕੀ ਭੇਜੀ ਆਈ ਅਮਰ। ਇਹ ਮਾਲਕ ਨੇ ਆਪ ਹੀ ਇਹ ਮਾਇਆ ਸੰਸਾਰ 'ਚ ਭੇਜੀ ਹੈ। ਜਦੋਂ ਸਾਡਾ ਮਨ ਆਉਂਦਾ, ਨਾਲ ਇਹ ਮਾਇਆ ਇੱਥੇ ਆ ਕੇ ਨਾਲ ਹੀ ਆ ਜਾਂਦੀ ਹੈ ਅਤੇ ਮਨ ਨੂੰ ਉਲਝਾਉਂਦੀ ਹੈ। ਨੌ ਖੰਡ ਜੀਤੇ ਸਭ ਥਾਨ ਤਨੰਤਰ। ਸਭ ਥਾਨ ਤਨੰਤਰ 9 ਖੰਡ ਇਸ ਨੇ ਜਿੱਤੇ ਨੇ। 9 ਖੰਡ ਪ੍ਰਿਥਵੀ ਹੈ, ਇਸ ਨੇ ਜਿੱਤ ਲਈ ਹੈ ਮਾਇਆ ਨੇ। ਜਿੱਥੇ ਵੀ, ਕਿਉਂਕਿ ਕੋਈ ਬੈਠਾ ਉਸ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਠੱਗਦੀ ਹੈ, ਟਿਕਣ ਨਹੀਂ ਦਿੰਦੀ ਮਨ ਨੂੰ। ਤਟ ਤੀਰਥ ਨਾ ਛੋੜੈ ਜੋਗ ਸੰਨਿਆਸ। ਇਹਨੇ ਨਾ ਕੋਈ ਤਟ ਤੀਰਥ ਛੋੜਿਆ ਹੈ, ਨਾ ਜੋਗੀ ਨਾ ਸੰਨਿਆਸੀ, ਕੋਈ ਵੀ ਇਸ ਤੋਂ ਨਹੀਂ ਬਚ ਸਕਿਆ। ਪੜ੍ਹ ਥੱਕ ਕੇ ਸਿਮਰਤ ਵੇਦ ਅਭਿਆਸ। ਜਿਹੜੇ ਸਿਮਰਤੀਆਂ ਨੂੰ, ਵੇਦਾਂ ਅਭਿਆਸਾਂ ਨੂੰ, ਬਾਣੀ ਨੂੰ ਪੜ੍ਹ ਕੇ ਵੀ ਥੱਕ ਗਏ, ਪਰ ਉਹਨਾਂ ਨੂੰ ਵੀ ਇਸ ਨੇ ਟਿਕਣ ਨਹੀਂ ਦਿੱਤਾ। ਜਿਹੜੀ ਮਾਇਆ ਹੈ, ਵਿਚਾਰ ਰੂਪੀ ਜਿਹੜੀ ਹੈ। ਜਹ ਬੈਸੋ ਤਹ ਨਾਲੇ ਬੈਸੈ। ਜਿੱਥੇ ਅਸੀਂ ਬਹਿੰਦੇ ਉੱਥੇ ਨਾਲ ਇਹ ਬਹਿ ਜਾਂਦੀ। ਇਹ ਸਾਨੂੰ ਉੱਧਰ ਅੱਧਰ ਨੂੰ ਖਿੱਚ ਲੈ ਜਾਂਦੀ ਹੈ। ਹੋਸ਼ੀ ਸਰਨ ਪਿਆ ਰਹਿਣ ਨਾ। ਹਾਂ, ਸਗਲ ਭਵਨ ਮੈਂ ਸਬਲ ਪ੍ਰਵੇਸ਼ ਹੈ। ਜਿਹੜੇ ਸਾਰੇ ਭਵਨ ਨੇ, 3 ਭਵਨ, ਇੱਥੇ ਨਾਲ ਹੀ ਇਹ ਪ੍ਰਵੇਸ਼ ਕਰ ਜਾਂਦੀ ਹੈ। 3 ਭਵਨਾਂ ਦੇ ਵਿੱਚ ਇਸ ਦਾ ਵਾਸਾ ਹੈ। ਜਿੱਥੇ ਵੀ ਜਾਈਏ, ਜਿਹੜਾ ਜੀਵ ਚੌਥੇ ਪਦ ਦਾ ਗਿਆਨ ਨਹੀਂ ਹੈ, 3 ਗੁਣਾਂ ਦੇ ਵਿੱਚ ਹੈ, ਜਿੱਥੇ ਵੀ ਜਾਂਦਾ ਉਸ ਦੇ ਨਾਲ ਹੀ ਚੱਲਦੀ ਹੈ, ਨਾਲ ਹੀ ਉਸ ਨੂੰ ਭਰਮ 'ਚ ਪਾ ਲੈਂਦੀ ਹੈ, ਖਿੱਚ ਲੈ ਜਾਂਦੀ ਹੈ। ਹੋਸ਼ੀ ਸਰਨ ਪਿਆ ਰਹਿਣ ਨਾ ਪਾਈ। ਮੇਰਾ ਸਮਝਾਉਂਦੇ ਨੇ 3 ਗੁਣਾਂ ਦੇ ਵਿੱਚ ਜਦ ਤੱਕ ਅਸੀਂ ਵਸਦੇ ਹਾਂ, ਇਸ ਤੋਂ ਨਹੀਂ ਬਚ ਸਕਦੇ। ਕਹੋ ਮੀਤਾ ਹੋ ਕਹਿ ਪੈ ਜਾਈ। ਹੁਣ ਬੇਨਤੀ ਕਰਦੇ ਨੇ ਕਿ ਬਚੀਏ ਕਿਵੇਂ ਇਸ ਤੋਂ। ਵੀ ਇਸ ਨੇ ਤਾਂ ਕੋਈ ਛੱਡਿਆ ਹੀ ਨਹੀਂ ਹੈ, ਜਿੱਥੇ ਜਾਈਏ ਨਾਲੇ ਚੱਲਦੀ ਹੈ। ਜਦ ਤੱਕ 3 ਗੁਣਾਂ ਦੇ ਵਿੱਚ ਕਿਸੇ ਵੀ ਚਲੇ ਜਾਈਏ, ਹੋਸ਼ ਮਤ ਹੈ, ਇੱਥੇ ਬਚ ਹੀ ਨਹੀਂ ਸਕਦੇ। ਫਿਰ ਹੁਣ ਪੁੱਛਦੇ ਨੇ ਵੀ ਦੱਸੋ ਇਸ ਤੋਂ ਕਿਵੇਂ ਬਚਿਆ ਜਾ ਸਕੇ। ਕਹੋ ਮੀਤਾ ਹੋਂ ਕਹਿ ਪੈ ਜਾਈ। ਵੀ ਕਿਹਦੇ ਕੋਲ ਜਾਵਾਂ,
कि तो ज्ञान लेवां कि इस तो मैं बच सकां। अगे फिर दसदे ने, सुन उपदेश सतगुर पह आया। कहते फिर उपदेश लिया, गुर का ज्ञान लिया, कित्थे गए? सतगुर दे कोल। गुर हर हर नाम मोहे मंत्र दृढ़ाया। फिर सतगुर ने गुर जिहड़ा है मंत्र है हरि नूं ध्याउण दा वो दृढ़ करवा दिता। निज घर वसिया गुण गाए अनंता। ते फिर कित्थे वासा हो गया निज घर दे विच? निज घर दे विच माया नहीं है, क्योंकि इहदे विच प्रवेश नहीं कर सकती निज घर दे विच। कहते हुण उस प्रभु दे गुण गाउंदे आ, क्योंकि त्रै गुणां दे विच रह के, तिन भवनां दे विच बैठ के असी परमेश्वर दे गुण नहीं गा सकते। जे गाउंदे हाँ सिर्फ माया दे वास्ते गाउंदे हाँ। मकसद साडा माया हुंदा है, परमेश्वर दे गुण नहीं। परमेश्वर नूं पाउंदे नहीं, क्योंकि जे असी माया दा इच्छा रख के गाउंदे हाँ फिर प्रभु नूं नहीं पाउंदे। कोई गावे रागी नादी बेदी बहु पांत कर, नहीं हर हर पीजै राम राजे। प्रभु खुश नहीं हुंदा। प्रभु खुश हुंदा है जदों प्रभु दे दर ते खड़ के निज कह महल दे विच बैठ के फिर प्रभु जदों सातों गवाउंदा है फिर असी गाउंदे हाँ। फिर वो आप गाउंदा भी है सुनदा भी है, वो फिर प्रभु नूं पाउंदा है। इस करके निज घर दे विच बसे कहंदे फिर उस प्रभु दे गुण गाए। प्रभु मिलियो नानक पए अचिंता। प्रभु मिलाप हो गया, मन अचिंत हो गया। फिर आप प्रभु चिंता तो रहे तो, क्योंकि चिंता भी माया है। फिर निज घर च बैठ के फिर प्रभु दे गुण गाए उस मालिक दे। क्यों? क्योंकि आप गवाए। उस तो बिना किते भी चले जाइए माया सानू टिकन नहीं देंदी, क्योंकि ये माया दा देश है। त्रै गुण जिहड़ा त्रै पवन ने, असीं इस माया दे देश दे विच बगाने देश विच आए हाँ। इत्थे सानू ये टिकन नहीं देंदी। निज घर दे विच आके बैठ जाते हाँ, इत्थे सानू फिर इत्थे आ नहीं सकती। आओ अगला शब्द है फिर आसा राग दे विच महले पंजवें दा शब्द है। रहो पंक्तियां ने, महा आनंद अचिंत सहज आया। भी सहज घर दे विच वासा हो गया, मन अचिंत हो गया, महा आनंद प्राप्त होया। दुश्मन दूत मुए सुख पाया। सहज दे विच उत्थे कर निज कर, उत्थे यह जिहड़े साडे दुश्मन ने पंज ये नहीं आ सकते, क्योंकि इन्हां दा वासा त्रै गुणा तक है। चौथे पद विच निज महल दे विच नहीं आउंदे। इस करके वो मर गए, निज घर दे विच वासा हो गया। कहते हुण महा सुख पाया है, अचिंत हो गया मन। ये रहो पंक्तियां ने ये शब्द दियां। हुण किवें होया? हुण दसदे ने, कहते प्रथमे मता जे पत्री चलावो, द्वितीय मता दुए मानुख पहुँचावो। पत्री है जिहड़ा ज्ञान है। पहला जीव ज्ञान लैंदा है, फिर है ज्ञान लैंदा किसते है, फिर वो दूजा जीव उसनूं दसदा है भी इदां आपां चलना है। क्योंकि जे सानू बाणी चो ये पता लगेगा भी जे प्रभु नूं मिलना है तो फिर सानू
ਸਾਧੂ ਜਨਾਂ ਦੇ ਕੋਲ ਜਾਣਾ ਪਏਗਾ। ਸਾਧੂ ਜਨ ਕੌਣ ਨੇ? ਜਿਨ੍ਹਾਂ ਨੂੰ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ, ਜਿਹੜੇ ਉਸ ਘਰ ਵਿੱਚ ਵਾਸਾ ਹੋ ਜਾਂਦਾ ਹੈ, ਅਚਿੰਤ ਹੋ ਜਾਂਦੇ ਨੇ। ਪਰ ਉਹ ਮਨ ਦੀ ਅਵਸਥਾ ਹੈ। ਉਹਨਾਂ ਕੋਲ ਇੱਕ ਸਰੀਰ ਵੀ ਹੈ, ਇੱਕ ਮਨ ਵੀ ਹੈ। ਫਿਰ ਉਹਨਾਂ ਦੇ ਕੋਲ ਜਾਂਦੇ, ਉਹ ਸਾਨੂੰ ਗਿਆਨ ਦਿੰਦੇ ਨੇ। ਦੂਜਾ ਕਰਮ। ਪਹਿਲਾ ਕਰਮ ਕੀ ਹੈ ਕਿ ਅਸੀਂ ਬਾਣੀ ਨੂੰ ਸੁਣਦੇ ਹਾਂ, ਫਿਰ ਉਹਨਾਂ ਦੇ ਕੋਲ ਜਾਂਦੇ ਹਾਂ, ਉਹ ਫਿਰ ਸਾਨੂੰ ਗਿਆਨ ਦਿੰਦੇ ਨੇ। ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ। ਫਿਰ ਅਸੀਂ ਉਪਾਅ ਕਰਦੇ ਹਾਂ ਗਿਆਨ ਲੈ ਕੇ, ਗੁਰ ਲੈ ਕੇ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਇੱਦਾਂ ਜੀਵ ਕਰਦੇ ਨੇ। ਪਰ ਜਿਹੜੇ ਪ੍ਰਭੂ ਨੂੰ ਮਿਲ ਜਾਂਦੇ ਨੇ, ਉੱਥੇ ਫਿਰ ਸਾਨੂੰ ਐਸਾ, ਕਿਉਂਕਿ ਹਿੰਦੂ ਮੱਤ ਦੇ ਵਿੱਚ ਸੀ ਪਹਿਲਾਂ ਇਹ ਸਿਸਟਮ, ਅਤੇ ਗੁਰੂ ਸਾਹਿਬਾਂ ਨੇ ਕਿਹਾ ਵੀ ਆਪਾਂ ਨੂੰ ਕੁਛ ਨਹੀਂ, ਇੱਕ ਗੁਰ ਦਾ ਗਿਆਨ ਲੈਣਾ ਹੈ। ਪਰ ਲੈਣਾ ਕਿਹਨਾਂ ਤੋਂ ਹੈ? ਨਾ ਸਾਨੂੰ ਬਹੁਤਾ ਪੜ੍ਹਨ ਦੀ ਲੋੜ ਹੈ, ਨਾ ਸਾਨੂੰ ਕਿਸੇ ਕੋਲ ਜਾਣ ਦੀ ਲੋੜ ਹੈ, ਨਾ ਸਾਨੂੰ ਕੋਈ ਸੰਸਾਰਿਕ ਉਪਾਅ ਕਰਨ ਦੀ ਲੋੜ ਹੈ। ਪਹਿਲਾਂ ਬਹੁਤ ਸਾਰੇ ਉਪਾਅ ਦੱਸਦੇ ਸੀ, ਜਿਵੇਂ ਅੱਜ ਵੀ ਦੱਸਦੇ ਹਾਂ ਵੀ ਤੁਸੀਂ ਇੱਦਾਂ ਕਰੋ, ਇੱਦਾਂ ਕਰੋ। ਜਿਹੜੀ ਗੁਰਸਿੱਖੀ ਹੈ ਉੱਥੇ ਕੀ ਹੈ ਕਿ ਸਿਰਫ ਗੁਰ ਦਾ ਗਿਆਨ। ਜਿਵੇਂ ਹੁਣ ਆਪਾਂ ਗੁਰ ਦਾ ਗਿਆਨ ਲੈਣਾ ਹੈ। ਗੁਰ ਦਾ ਗਿਆਨ ਕੌਣ ਦਿੰਦਾ ਹੈ? ਜਿਹਨੇ ਆਪ ਧਿਆਇਆ ਹੈ। ਅੱਜ ਵੀ ਹੈ, ਆਪਾਂ ਜਾਂਦੇ ਹਾਂ ਸੰਸਾਰ ਦੇ ਕੋਲ, ਉਹ ਸਾਨੂੰ ਕਹਿੰਦੇ ਨੇ ਤੁਸੀਂ ਬਾਣੀ ਪੜ੍ਹੋ, ਤੁਸੀਂ ਇਹ ਕਰਮ ਕਰੋ। ਲੇਕਿਨ ਜਦੋਂ ਸਾਧੂ ਜਨਾਂ ਦੇ ਕੋਲ ਜਾਂਦੇ ਹਾਂ, ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਭ ਕੁਝ ਛੱਡ ਕੇ ਤੇ ਆਓ। ਪਰ ਕਿਉਂ ਕਹਿੰਦੇ ਨੇ ਇਹ? ਜਿਨ੍ਹਾਂ ਨੇ ਆਪ ਉਸ ਘਰ ਦੇ ਵਿੱਚ ਵਾਸਾ ਕੀਤਾ ਹੈ, ਉਹਨਾਂ ਦੇ ਕੋਲ ਇੱਕੋ ਹੀ ਮਤ ਹੈ ਕਿ ਆਓ, ਸਿਰਫ ਧਿਆਉਣਾ ਹੈ। ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਵੀ ਅਸੀਂ ਹੁਣ ਸਭ ਕੁਝ ਛੱਡਤਾ। ਜਦੋਂ ਗਿਆਨ ਹੋ ਗਿਆ, ਫਿਰ ਸਾਨੂੰ ਕੁਛ ਕਰਨ ਦੀ ਲੋੜ ਨਹੀਂ ਹੈ, ਧਿਆਉਣਾ ਹੈ ਸਿਰਫ ਗੋਬਿੰਦ ਨੂੰ। ਕਿਵੇਂ ਧਿਆਇਆ ਉਹ ਹੁਣ ਦੱਸਦੇ ਨੇ ਅੱਗੇ। ਕਹਿੰਦੇ ਸਤਿਗੁਰ ਮੋਕੋ ਦਿਆ ਉਪਦੇਸ਼। ਸਤਿਗੁਰ ਨੇ ਮੈਨੂੰ ਉਪਦੇਸ਼ ਦਿੱਤਾ। ਸਤਿਗੁਰ ਕੀ ਹੈ? ਮਾਲਕ ਪਰਮੇਸ਼ਰ ਉਪਦੇਸ਼ ਦਿੰਦਾ ਹੈ ਆਪਣੇ ਸੰਤਾਂ ਦੀ ਰਸਨਾ ਤੋਂ, ਕਿਉਂਕਿ ਕਿਸੇ ਬੰਦੇ ਨੂੰ ਸਤਿਗੁਰ ਨਹੀਂ ਆਪਾਂ ਸਮਝਣਾ। ਸਤਿਗੁਰ ਇੱਕ ਪਦ ਹੈ। ਜੇ ਸਤਿਗੁਰ ਦੀ ਗੱਲ ਆਉਂਦੀ ਹੈ, ਬਹੁਤ ਸਾਰੇ ਜੀਵਾਂ ਨੂੰ, ਵੈਸੇ ਜੀਵ ਵੀ ਸੱਚੇ ਨੇ, ਕਿਉਂਕਿ ਅੱਜ ਸਤਿਗੁਰ ਬਣੇ ਬੈਠੇ ਨੇ ਲੋਕ। ਸਰੀਰ ਕਰ ਸਤਿਗੁਰ ਕੁਛ ਨਹੀਂ, ਸਰੀਰ ਨਹੀਂ ਹੋਇਆ ਕਰਦਾ। ਸਤਿਗੁਰ ਇੱਕ ਪਦ ਹੈ। ਉਹ ਪਦ 'ਤੇ ਕਿਸੇ ਦੀ ਡਿਊਟੀ ਲਾ ਦਿੰਦਾ। ਜਿਵੇਂ ਅੱਜ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਪਦਵੀਆਂ ਨੇ, ਜਿਹੜੀਆਂ ਪਦਵੀਆਂ ਕਦੇ ਮਰਦੀਆਂ ਨਹੀਂ। ਜਿਵੇਂ ਆਪਣੇ ਦੇਸ਼ ਦੇ ਵਿੱਚ ਪਦਵੀ ਹੈ ਪ੍ਰਧਾਨ ਮੰਤਰੀ ਦੀ, ਰਾਸ਼ਟਰਪਤੀ ਦੀ, ਗ੍ਰਹਿ ਮੰਤਰੀ, ਵਿੱਤ ਮੰਤਰੀ। ਇਹ ਪਦਵੀਆਂ ਨੇ, ਸਮੇਂ ਸਮੇਂ 'ਤੇ ਜੀਵ ਬਦਲਦੇ ਰਹਿੰਦੇ ਨੇ ਇਹਨਾਂ ਦੇ ਉੱਤੇ। ਇਸ ਪਦਵੀ 'ਤੇ ਜਾਣ ਵਾਸਤੇ ਜਿਹੜਾ ਵੀ ਆਉਂਦਾ ਆਪਣੇ ਕੋਲ, ਉਹ ਕੀ ਕਹਿੰਦਾ ਹੈ ਕਿ ਸਾਨੂੰ ਇੱਕ ਮੌਕਾ ਦੇਵੋ ਸੇਵਾ ਦਾ। ਪਰ ਜਦੋਂ ਉਸ ਪਦਵੀ 'ਤੇ ਬੈਠ ਜਾਂਦਾ, ਫਿਰ ਉਹ ਮਾਲਕ ਬਣ ਜਾਂਦਾ ਹੈ। ਪਹਿਲਾਂ ਕਹਿੰਦਾ ਹੁੰਦਾ ਮੈਨੂੰ ਸੇਵਾ ਦਾ ਮੌਕਾ ਦਿਓ, ਮੈਂ ਤੁਹਾਡੀ ਸੇਵਾ ਕਰਨੀ ਹੈ। ਪਰ ਜਦੋਂ ਪਦਵੀ 'ਤੇ ਬੈਠ ਜਾਂਦਾ, ਫਿਰ ਉਹ ਮਾਲਕ ਬਣ ਜਾਂਦਾ ਹੈ। ਇੱਦਾਂ ਹੀ ਇੱਧਰ ਪਦਵੀ ਹੈ।
इधर पदवी है संत दी, साधु दी, गुरसिख दी, इदां ही भगत दी, पंडित दी ते वैष्णो दी, सारियां पदवियां ने। ब्रह्म ज्ञानी दी, ये पदवियां ने। किसी पदवी ते किसी नूं मालक बिठा के वो ज्ञान करवाउंदा है, पर हुंदे सारे की ने? चाकर, नौकर। सारे दा कराउण वाला आप है, सारे दा मालक आप है। इदां ही अपने संतां द्वारा आप सतगुर उपदेश देंदा है। सतगुर मोह को दिया उपदेश, जियो पिंड सब हर का देश। उपदेश दिता कि आ शरीर, क्योंकि शरीर साडा 10 द्वारां दा है। 9 द्वारां दा शरीर मिथ्या है, जिहड़ा 10वां द्वार है ये बेअंत है। 9 दरनासवान ने, 10वां स्थिर है, अविनाशी है। इस करके फिर जदों गुर दा ज्ञान लै लैंदे हाँ, फिर सानू गुर ज्ञान कित्थे देंदा है? मालक दा उपदेश देंदा है, 10वें द्वार दा ज्ञान देंदा है, जिथे फिर सानू पता चल जाता है कि सारा कुछ इक्को कट दे विच है, क्योंकि शरीर 10 द्वारां दा है, 10वें द्वार दे विच सारा कुछ है। ते जदों असीं सौंप देंदे उसनूं, मन भी उसनूं सौंप देंदे, तन भी उसनूं सौंप देंदे, फिर सारा किसदा हो जांदा? उस प्रभु दा। जो कुछ करी सो तेरा तान। फिर जो भी कुछ भी करदे, फिर ये नहीं कहंदे भी मैं करदा, फिर कहंदे ने तेरे आसरे करदा। तेरा तां आसरा है, तेरा तान है, जिवें तू कराउंदा वो मैं करदा। तू मेरी ओट, तू है दीवान। ते कहंदे तेरा ही आसरा, मैनू आसरा तेरा ही है, क्योंकि तू ही मालक है, तू ही मैनू चलाउण वाला हाँ। जिवें तू चलाऊंगा उवें मैं चलांगा, जो कुछ करांगा तेरे किरपा सदका ही करांगा। मैं कुछ नहीं करन जोगा, ना मैं कुछ कर सकदा, ना मैं पहला कीता ते ना करांगा, ना शरीर कर सकदा है। जो कुछ करना है तू ही करना है, क्योंकि करने वाला एक मालिक ही है। जिवें बाबा कबीर जी समझाउंदे ने, ना हम किया ना करेंगे, ना कर सके शरीर। कबीर झंख ना मारिए, तुमरा कहो ना होए। तेरा नहीं कहा हुंदा कुछ, झंख ना मारिए कहंदे। इस करके साडा कहा नहीं हुंदा, होना उस प्रेमे प्रभु दा है। जो करदा वो होना है। तुद नूं छोड़ जाइए प्रभ कहतर। हे प्रभु, तैनू छड्ड के किस पासे जाइए असीं, क्योंकि करने वाला तू है, कराउण वाला तू है। इस करके हुण तैनू सब कुछ छड्ड दिता। कोई मता नहीं करते असीं, ना पहला मता, ना दूजा, ना तीजा, कुछ नहीं। बस हुण तां तेरे हुक्म च जिवें तू चलाउंदा, बस उवें चलदे आ। हुण तैनू छड्ड के किसी पासे नहीं जा सकते, क्योंकि सानू होर कोई थां ही नहीं है। ना आन ना बिया तेरी संसार। कहे प्रभु, तेरे बराबर सानू कोई नहीं दिसदा, तेरे वर्गा होर कोई नहीं दिसदा। इस करके कित्थे जाइए असीं, तैनू छड्ड के किते जा ही नहीं सकते। तेरे सेवक को किसकी कान। हुण जिहड़ा तेरा सेवक है प्रभु, उसनू किहदा डर है, क्योंकि तू समर्थ है। दूजा है ही नहीं कोई जो समर्थ है संसार दे विच। परमेश्वर तो बिना दूजा कोई भी नहीं जिहड़ा कि उस दे बराबर होवे। परमेश्वर
ਨਿਰੰਕਾਰ, ਅੱਲਾ, ਵਾਹਿਗੁਰੂ, ਗੋਡ, ਰਾਮ, ਜਿਸ ਦੇ ਬਹੁਤ ਸਾਰੇ ਨਾਮ ਨੇ, ਇੱਕ ਹੀ ਹੈ। ਕਿਉਂਕਿ ਅੱਜ ਰੌਲਾ ਕੀ ਹੈ ਕਿ ਸਾਡਾ ਰੱਬ ਵੱਡਾ, ਸਾਡਾ ਰੱਬ ਵੱਡਾ। ਰੱਬ ਇੱਕ ਹੀ ਹੈ, ਇੱਕੋ ਦਾਤਾ ਹੈ ਸਾਰਿਆਂ ਦਾ, ਸਾਰੇ ਉਸੇ ਦੀ ਉਸਤਤ ਕਰਦੇ ਨੇ। ਲੇਕਿਨ ਕੁਝ ਲੋਕਾਂ ਨੇ ਸਾਨੂੰ ਆਪਣੀ ਰੁਜ਼ਗਾਰ ਚਲਾਉਣ ਵਾਸਤੇ, ਆਪਣਾ ਬਿਜ਼ਨਸ ਚਲਾਉਣ ਵਾਸਤੇ ਸਾਨੂੰ ਭਰਮ 'ਚ ਪਾਇਆ ਹੋਇਆ ਹੈ। ਆਪਣੇ ਆਪਣੇ ਮਕਸਦਾਂ ਨੂੰ ਪੂਰੇ ਕਰਨ ਦੇ ਵਾਸਤੇ ਕਿ ਸਾਡਾ ਰੱਬ ਵੱਡਾ ਹੈ, ਸਾਡਾ ਰੱਬ ਵੱਡਾ ਹੈ। ਕੋਈ ਕਹਿੰਦਾ ਅੱਲਾ ਵੱਡਾ, ਕੋਈ ਕਹਿੰਦਾ ਰਾਮ ਵੱਡਾ, ਕੋਈ ਕਹਿੰਦਾ ਗੋਡ ਵੱਡਾ। ਲੇਕਿਨ ਇੱਕ ਪਰਮੇਸ਼ਰ ਦੇ ਹੀ ਇਹ ਸਾਰੇ ਨਾਮ ਨੇ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ। ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਤੇਰੇ ਸੇਵਕ ਨੂੰ ਪ੍ਰਭੂ ਕਿਸੇ ਦਾ ਹੁਣ ਡਰ ਨਹੀਂ ਹੈ। ਸਾਕਤ ਭੂਲਾ ਫਿਰੈ ਦੇਵਾਨ, ਪਰ ਜਿਹੜੇ ਸਾਕਤ ਨੇ ਉਹ ਭੁੱਲੇ ਨੇ, ਉਹ ਪ੍ਰਭੂ ਤੋਂ ਵਿਛੜੇ ਨੇ। ਤੇ ਇੱਕ ਤੇਰੇ ਸੇਵਕ ਨੇ, ਉਹਨਾਂ ਨੂੰ ਕਿਸ ਦਾ ਡਰ ਨਹੀਂ। ਇੱਕ ਸਾਕਤ ਨੇ ਜਿਹੜੇ ਤੈਨੂੰ ਭੁੱਲੇ ਨੇ, ਉਹ ਆਪਣੇ ਹੰਕਾਰ ਦੇ ਦੀਵਾਨੇ ਨੇ, ਆਪਣੇ ਗਿਆਨ ਦੇ ਦੀਵਾਨੇ ਨੇ, ਹੰਕਾਰ ਦੇ ਵਿੱਚ ਨੇ। ਜੋ ਬੰਦਾ ਬਹੁਤ ਸਾਰੇ ਉਹਨਾਂ ਨੂੰ ਹੰਕਾਰ ਨੇ, ਸਾਕਤਾਂ ਨੂੰ, ਉਹ ਆਪਣੇ ਤਾਣ ਦੇ ਵਿੱਚ ਚੱਲਦੇ ਨੇ ਤੇ ਅਸੀਂ ਤੇਰੇ ਸਹਾਰੇ ਚੱਲਦੇ ਹਾਂ। ਤੇਰੀ ਵਡਿਆਈ ਕਹੀ ਨਾ ਜਾਏ। ਹੇ ਪ੍ਰਭੂ, ਤੇਰੀ ਵਡਿਆਈ ਨਹੀਂ ਕਹੀ ਜਾਂਦੀ। ਜਹ ਕਹਿ ਰਾਖ ਲੈ ਗੱਲ ਲਾਏ। ਤੂੰ ਆਪ ਸਾਨੂੰ ਗੱਲ ਲਾ ਕੇ ਰੱਖਦਾ ਹੈ। ਜੋ ਤੂੰ ਕਰਾਉਣਾ ਉਹ ਤਾਂ ਅਸੀਂ ਕਰ ਸਕਦੇ, ਜੇ ਤੂੰ ਬੁਲਾਉਣਾ ਬੋਲ ਸਕਦੇ, ਪਰ ਸਾਤੋਂ ਆਪ ਤੇਰੀ ਵਡਿਆਈ ਨਹੀਂ ਕਹੀ ਜਾਂਦੀ। ਕਿਉਂਕਿ ਤੇਰੀ ਵਡਿਆਈ ਅਸੀਂ ਨਹੀਂ ਕਰ ਸਕਦੇ, ਤੇਰੀ ਉਸਤਤ ਅਸੀਂ ਨਹੀਂ ਕਰ ਸਕਦੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਕੋਈ। ਨਾਨਕ ਦਾਸ ਤੇਰੀ ਸਰਨਾਈ। ਵੀ ਅਸੀਂ ਤਾਂ ਤੇਰੀ ਸ਼ਰਨ ਦੇ ਵਿੱਚ ਹਾਂ, ਤੇਰੀ ਵਡਿਆਈ ਨਹੀਂ ਕਰ ਸਕਦੇ। ਤੂੰ ਚਾਹੇ ਸਾਨੂੰ ਗਲ ਨਾਲ ਲਾ ਕੇ ਰੱਖ ਲੈ, ਸਾਤੋਂ ਕੁਛ ਵੀ ਕਰਾ ਸਕਦਾ, ਤੂੰ ਆਪਣੀ ਸਿਫਤ ਸਲਾਹ ਕਰਵਾ ਸਕਦਾ ਹੈ, ਪਰ ਅਸੀਂ ਤਾਂ ਤੇਰੀ ਸ਼ਰਨ ਦੇ ਵਿੱਚ ਹਾਂ। ਅਸੀਂ ਤੇਰੇ ਬਾਰੇ ਕੁਛ ਆਪ ਨਹੀਂ ਕਹਿ ਸਕਦੇ। ਪ੍ਰਭ ਰਾਖ ਪੈਚ ਬੱਜੀ ਵਧਾਈ। ਜਦੋਂ ਆਪਾਂ ਇਸ ਅਵਸਥਾ ਚੱਲਦੇ ਹਾਂ, ਪ੍ਰਭੂ ਦੇ ਅੱਗੇ ਇਹ ਅਰਦਾਸ ਕਰਦੇ ਹਾਂ, ਫਿਰ ਪ੍ਰਭੂ ਸਾਡੀ ਪੈਜ ਵੀ ਰੱਖਦਾ ਹੈ, ਫਿਰ ਸਾਤੋਂ ਆਪਣੀ ਸਿਫਤ ਸਲਾਹ ਵੀ ਕਰਾਉਂਦਾ ਹੈ। ਕਿਉਂਕਿ ਸਹਿਜ ਦੇ ਵਿੱਚ ਸਾਡਾ ਵਾਸਾ ਕਰਾ ਲੈਂਦਾ, ਜਿਵੇਂ ਰੌ ਪੰਕਤੀਆਂ ਦੇ ਵਿੱਚ ਆਪਾਂ ਸਮਝਿਆ ਹੈ, ਜਿੱਥੇ ਫਿਰ ਆਨੰਦ ਦੀ ਅਵਸਥਾ ਹੈ, ਜਦੋਂ ਉਹਦੀ ਸ਼ਰਨ ਦੇ ਵਿੱਚ ਜਾਂਦੇ ਹਾਂ। ਜਿਸ ਸਮੇਂ ਦਸਮ ਪਾਤਸ਼ਾਹ ਜੀ ਨੂੰ ਕਿਹਾ ਵੀ ਜਾਓ, ਤੁਸੀਂ ਜਾ ਕੇ ਸੰਸਾਰ ਦੇ ਵਿੱਚ ਪ੍ਰਚਾਰ ਕਰੋ, ਤੇ ਫਿਰ ਗੁਰੂ ਸਾਹਿਬ ਜੀ ਵੀ ਦੱਸਦੇ ਵੀ ਅਸੀਂ ਵੀ ਕਿਹਾ ਵੀ ਨਹੀਂ, ਅਸੀਂ ਨਹੀਂ ਕਰ ਸਕਦੇ, ਤੇਰੀ ਸਹਾਇਤਾ ਤੋਂ ਬਿਨਾਂ ਮੈਂ ਨਹੀਂ ਕਰ ਸਕਦਾ। ਵੀ ਮੈਂ ਵੀ ਬੇਨਤੀ ਕੀਤੀ ਪਰਮੇਸ਼ਰ ਦੇ ਅੱਗੇ ਖੜ ਕੇ, ਬਚਨ ਕਿਹਾ ਸਿਰ ਨਿਵਾ ਕੇ, ਕਿ ਜੋ ਤੁਸੀਂ ਸਾਨੂੰ ਇਹ ਹੁਕਮ ਦਿੱਤਾ ਹੈ ਕਰਨ ਨੂੰ, ਇਹ ਤਾਂ ਹੀ ਹੋਏਗਾ ਜੇ ਤੁਸੀਂ ਸਾਡੀ ਸਹਾਇਤਾ ਕਰੋਗੇ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਤੁਸੀਂ ਸਹਾਇਤਾ ਕਰੋਗੇ, ਤੁਸੀਂ ਕਰਾਉਂਗੇ ਤਾਂ ਹੀ ਚੱਲੇਗਾ। ਮੈਂ ਨਹੀਂ ਕੁਛ ਵੀ, ਮੇਰੇ ਤੋਂ ਨਹੀਂ ਕੁਛ ਹੋ ਸਕਦਾ, ਤੇਰੀ ਸਹਾਇਤਾ ਨਾਲ ਹੀ ਹੋਏਗਾ। ਇਸ ਕਰਕੇ ਆਪਾਂ ਕਹਿੰਦੇ ਹਾਂ, ਅਸੀਂ ਵਾਹਿਗੁਰੂ ਦੇ ਜਦੋਂ ਹੋ ਜਾਂਦੇ ਹਾਂ, ਤੇ ਵਾਹਿਗੁਰੂ ਫਿਰ ਸਾਡੇ ਦੁਆਰਾ, ਫਤਿਹ ਵੀ ਉਸੇ ਦੀ ਹੁੰਦੀ, ਉਹ ਸਾਡੇ ਦੁਆਰਾ ਕਰਵਾਉਂਦਾ ਹੈ ਗੱਲ ਗਿਆਨ। ਲੇਕਿਨ ਜਦੋਂ ਉਹਦੇ ਹੋ ਜਾਂਦੇ ਹਾਂ, ਖਾਲਸਾ ਵੀ ਉਸਦਾ ਹੈ, ਫਤਿਹ ਵੀ ਵਾਹਿਗੁਰੂ ਦੀ ਹੁੰਦੀ ਹੈ, ਕਿਸੇ ਵੀ ਬੰਦੇ ਦੇ ਨਹੀਂ ਹੈ। ਲੇਕਿਨ ਆਪਾਂ ਹੁਣ ਦੇਖਦੇ ਸੰਸਾਰ ਦੇ ਵਿੱਚ
ਆਮ ਕੋਈ ਵੀ ਜੀਵ ਜਦੋਂ ਕੋਈ ਕੰਮ ਕਰਦਾ ਹੈ ਤੇ ਫਿਰ ਕਹਿੰਦਾ ਹੈ ਕਿ ਅਸੀਂ ਮੋਰਚਾ ਫਤਿਹ ਕਰ ਲਿਆ, ਅਸੀਂ ਇਹ ਕਰ ਲਿਆ, ਪਰ ਉਸ ਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੁੰਦਾ। ਭਗਤਾਂ ਦੇ ਵਿੱਚ ਇਹ ਗ੍ਰੰਥਾਂ ਦੇ ਵਿੱਚ ਜਦੋਂ ਪੜ੍ਹਦੇ ਹਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਨੇ ਵੀ ਆਪਣੇ ਆਪ ਨੂੰ ਜਨਾਇਆ ਨਹੀਂ ਹੈ, ਸਿਰਫ ਅਕਾਲ ਪੁਰਖ ਦੀ ਹੀ ਵਡਿਆਈ ਕੀਤੀ ਹੈ ਕਿ ਹੇ ਪ੍ਰਭੂ, ਜੋ ਕੁਛ ਵੀ ਹੋਇਆ ਹੈ ਤੇਰੀ ਕਿਰਪਾ ਨਾਲ ਹੀ ਹੈ। ਆਓ ਅਗਲਾ ਸ਼ਬਦ ਹੈ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ ਸਾ ਵਪਾਰੀ ਦੁਆਰਾ ਆਏ, ਵੱਖਰ ਕਾਢੋ ਸੌਦਾ ਕਰਾਏ। ਸ਼ਾਹ ਨੇ, ਵਪਾਰੀ ਨੇ, ਜਿਹੜੇ ਪ੍ਰਭੂ ਨੇ ਜਿਨ੍ਹਾਂ ਨੂੰ ਇਹ ਵਣਜ ਦਿੱਤਾ ਹੈ। ਕਿੱਥੇ ਜਾ ਕੇ ਵਣਜ ਹੁੰਦਾ ਹੈ? ਜਿਹਨੂੰ ਮਰਕ ਸਮਝਾਉਂਦੇ ਨੇ ਸੋ ਸਾਚਾ ਜਿਸ ਹਰ ਤਨ ਰਾਸ, ਗੁਰਮੁਖ ਪੂਰਾ ਤੀਸਾ ਬਾਸ। ਵੀ ਜਿਹੜੇ ਗੁਰਮੁਖ ਨੇ ਜਿਨ੍ਹਾਂ ਕੋਲ ਇਹ ਸੱਚਾ ਤਨ ਹੈ ਉਹ ਪੂਰੇ ਸ਼ਾਹ ਨੇ। ਹੁਣ ਉਹ ਸ਼ਾਹ ਵਪਾਰੀ ਨੇ, ਜੇ ਉਹਨਾਂ ਦੇ ਕੋਲ ਕੋਈ ਜੀਵ ਆਉਂਦਾ ਹੈ ਫਿਰ ਉਹ ਖਜ਼ਾਨਾ ਕੱਢ ਕੇ ਉਹ ਸੌਦਾ ਕਰਾਉਂਦੇ ਨੇ। ਕਿਸ ਤੋਂ? ਕਿਸ ਦਾ ਹੈ? ਪ੍ਰਭੂ ਦਾ। ਪ੍ਰਭੂ ਦੀ ਸ਼ਰਨ 'ਚ ਲੈ ਕੇ ਜਾਂਦੇ ਨੇ ਕਿ ਭਾਈ ਇੱਥੇ ਆਪਾਂ ਸਮਰਪਿਤ ਕਰਨਾ ਹੈ, ਤਨ ਮਨ ਗੁਰ ਨੂੰ ਸੌਂਪਣਾ ਹੈ, ਅਤੇ ਉਸ ਦੇ ਵੱਟੇ ਸਾਨੂੰ ਕੀ ਦੇਵੇਗਾ? ਪਰਮੇਸ਼ਰ ਨਾਮ। ਤਨ ਮਨ ਤਨ ਸਭ ਸੌਂਪ ਗੁਰ ਕੋ। ਕੌਣ ਕਰਦੇ ਨੇ? ਸੰਤ। ਉਸ ਦਰ ਦਾ ਭੇਤ ਕੌਣ ਦਿੰਦੇ ਨੇ? ਸੰਤ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਜੇ ਸੰਤਾਂ ਦੇ ਕੋਲ ਆਉਂਦਾ ਹੈ ਕੋਈ, ਤੋ ਫਿਰ ਸਾਨੂੰ ਇਹ ਗਿਆਨ ਦਿੰਦੇ ਨੇ, ਇਹ ਸੌਦਾ ਕਰਾਉਂਦੇ ਨੇ ਵੀ ਇੱਥੇ ਆਪਾਂ ਮਨ ਸੌਂਪਣਾ ਹੈ, ਤਨ ਮਨ ਗੁਰ ਨੂੰ ਸੌਂਪ ਦੇਣਾ, ਅਤੇ ਫਿਰ ਸਾਨੂੰ ਨਾਮ ਮਿਲੇਗਾ, ਕਿਉਂਕਿ ਕਿਸੇ ਕੀਮਤ 'ਤੇ ਨਹੀਂ ਹੈ, ਅਮੁੱਲ ਵਸਤੂ ਹੈ। ਵਪਾਰੀ ਵੀ ਅਮੁੱਲ ਨੇ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਅਮੁੱਲ ਭੰਡਾਰ। ਕੋਈ ਸੰਸਾਰਿਕ ਵਸਤਾਂ ਦਾ ਸੌਦਾ ਨਹੀਂ ਹੈ, ਉਹ ਵਸਤੂ ਹੈ ਜਿਹੜੀ ਅਮੁੱਲ ਵਸਤੂ ਹੈ। ਫਿਰ ਉਹ ਜਾਨ ਉਸਦੇ ਉਹ ਸੌਦਾ ਕਰਾਉਂਦੇ ਨੇ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਆਪਾਂ ਹੁਣ ਸ਼ਬਦ ਵਿਚਾਰਦੇ ਹਾਂ। ਸਮਝਾਉਂਦੇ ਨੇ ਪਰਦੇਸ ਝਾਗ ਸੌਦੇ ਕੋ ਆਇਆ। ਕਹਿੰਦੇ ਪਹਿਲਾਂ ਤਾਂ ਪਰਦੇਸ਼ ਦੇ ਵਿੱਚ ਹੀ ਲੱਭਦਾ ਰਿਹਾ। ਪਰਦੇਸ਼ ਕੀ ਹੈ? ਇਹ ਮਾਇਆ ਦਾ ਦੇਸ਼। ਮਨ ਵਾਸਤੇ ਇਹ ਪਰਦੇਸ਼ ਹੈ। ਪਹਿਲਾਂ ਤਾਂ ਇੱਥੇ ਹੀ ਝਾਕਦਾ ਰਿਹਾ, ਕਿਉਂਕਿ ਇੱਥੇ ਕੋਈ ਅੱਜ ਤੋਂ ਨਹੀਂ 4 ਯੁੱਗਾਂ ਤੋਂ ਅਸੀਂ ਫਿਰਦੇ ਹਾਂ। ਪਰ ਹੁਣ ਮਨੁੱਖਾ ਜਨਮ ਦੇ ਵਿੱਚ ਆ ਕੇ ਜੀਵ ਫਿਰ ਜਦੋਂ ਚੌ ਪੈਦਾ ਹੁੰਦਾ ਹੈ, ਇੱਛਾ ਹੁੰਦੀ ਹੈ ਕਿ ਕਿਉਂ ਨਾ ਆਪਾਂ ਵੀ ਉਸ ਵਸਤੂ ਨੂੰ ਪ੍ਰਾਪਤ ਕਰੀਏ ਜਿਸ ਦੀ ਐਡੀ ਵਡਿਆਈ ਹੈ ਬਾਣੀ ਦੇ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ। ਨਾਮ ਜਿਸ ਦੀ ਕੋਈ ਕੀਮਤ ਨਹੀਂ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਹੀਰੇ ਮੋਤੀ ਕਿਹਾ ਹੈ, ਜਵਾਹਰ ਮਾਨਕ ਕਿਹਾ ਹੈ। ਕਿਉਂ ਨਾ ਅਸੀਂ ਵੀ ਉਸ ਨੂੰ ਦੇਖੀਏ, ਉਸ ਨੂੰ ਪ੍ਰਾਪਤ ਕਰੀਏ। ਪਹਿਲਾਂ ਤਾਂ ਸੰਸਾਰ ਦੇ ਵਿੱਚ ਫਿਰੀ ਜਾਂਦਾ ਹੈ ਜੀਵ, ਕਦੇ ਕਿਸੇ ਕੋਲ ਜਾਂਦਾ ਹੈ, ਕਦੇ ਕਿਸੇ ਕੋਲ ਜਾਂਦਾ ਹੈ। ਫਿਰ ਕਹਿੰਦੇ ਫਿਰ ਜੀਵ ਉਸ ਦਰ 'ਤੇ ਜਾਂਦਾ ਹੈ ਜਿਹੜੇ ਸੱਚੇ ਵਪਾਰੀ ਨੇ, ਸੱਚੇ ਸ਼ਾਹ ਨੇ ਮਾਲਕ ਦੇ। ਹੁਣ ਇੱਥੇ ਉਹ ਦੱਸਦੇ ਨੇ, ਕਹਿੰਦੇ ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਵਾਇਆ। ਕਹਿੰਦੇ ਸੁਣਿਆ ਵੀ ਵਸਤੂ ਅਨੂਪ ਹੈ, ਬਹੁਤ ਸੁੰਦਰ ਵਸਤੂ ਹੈ ਜਿਹੜੀ ਨਾਮ ਹੈ।
ਉਸ ਨੂੰ ਲੱਭਣ ਦੇ ਵਾਸਤੇ ਸੰਸਾਰ ਛੱਡ ਕੇ ਫਿਰ ਕਿੱਥੇ ਗਏ? ਉਹਨਾਂ ਦੇ ਕੋਲ, ਜਿਹੜੇ ਸ਼ਾਹ ਵਪਾਰੀ ਨੇ ਮਾਲਿਕ ਦੇ, ਜਿਹੜੇ ਸੌਦਾ ਕਰਾਉਂਦੇ ਨੇ ਸਾਡਾ ਪ੍ਰਭੂ ਦੇ ਨਾਲ। ਵਪਾਰ ਕਿਹੜਾ ਕਰਦੇ ਨੇ? ਇੱਥੇ ਹੱਟ ਕਿਹੜੀ ਹੁੰਦੀ ਹੈ? ਸਰੀਰ। ਬੰਜਾਰਾ ਕੌਣ ਹੁੰਦਾ ਹੈ? ਮਨ। ਤੇ ਸੌਦਾ ਕਿਹੜਾ ਕਰਨਾ ਹੁੰਦਾ ਹੈ? ਨਾਮ ਦਾ। ਮਨ ਹਟੜੀ ਇਹ ਤਨ ਬੰਜਾਰਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇਹ ਤਨ ਹਾਟ ਸ਼ਰਾਫ ਕੋ ਪਾਈ, ਵੱਖਰ ਨਾਮ ਵਪਾਰ। ਇਹ ਵਪਾਰ ਸੋ ਦ੍ਰਿੜਾ ਪਾਈ, ਇਹ ਵੱਖਰ ਵਪਾਰ ਸੋ ਦ੍ਰਿੜਾ ਪਾਈ, ਗੁਰ ਸ਼ਬਦ ਕਰੇ ਵਿਚਾਰ। ਤਨ ਵਪਾਰੀ ਨਾਨਕ ਪਾਈ, ਮੇਲ ਕਰੇ ਵਪਾਰ। ਐਸਾ ਜਿਹੜਾ ਫਿਰ ਦੱਸਦੇ ਨੇ, ਕਹਿੰਦੇ ਫਿਰ ਉੱਥੋਂ ਕੀ ਲਿਆ? ਗੁਣ। ਗੁਣ ਰਾਸ ਬਨ ਪੱਲੇ ਆਨੀ। ਪਹਿਲਾਂ ਗੁਣ ਲਿਆ, ਗੁਰ ਦਾ ਗਿਆਨ ਲਿਆ, ਉਸ ਨੂੰ ਪੱਲੇ ਬੰਨ ਲਿਆ। ਜਿਵੇਂ ਅੱਗੇ ਆਨੇ ਦੋ ਆਨੇ ਇੱਦਾਂ ਬੰਨ ਲੈਂਦੇ ਸੀ ਕਿਸੇ ਸੌਦੇ ਨੂੰ ਜਾਂਦੇ, ਇੱਥੇ ਕਿਆ ਲਿਆ? ਗੁਣ ਪਹਿਲਾਂ, ਉਹ ਪੱਲੇ ਬੰਨ ਲਿਆ, ਗੁਰ ਦਾ ਗਿਆਨ ਪੱਲੇ ਬੰਨ ਲਿਆ। ਦੇਖ ਰਤਨ ਇਹ ਮਨ ਲਪਟਾਨੀ। ਜਦੋਂ ਉਹ ਗੁਣ ਨੂੰ ਮਨ ਵਿੱਚ ਵਸਾ ਲਿਆ, ਫਿਰ ਨਾਮ ਦੀ ਸੋਝੀ ਹੋਈ, ਫਿਰ ਮਨ ਉਸ ਨਾਮ ਦੇ ਨਾਲ ਲਪਟਾ ਗਿਆ, ਉਸ ਦੇ ਨਾਲ ਮੋਹਿਤ ਹੋ ਗਿਆ। ਦੇਖ ਰਤਨ ਇਹ ਮਨ ਲਪਟਾਨੀ। ਤੇ ਸ਼ਬਦ ਨੂੰ ਵੀ ਰਤਨ ਕਿਹਾ ਹੈ, ਨਾਮ ਨੂੰ ਵੀ ਰਤਨ ਕਿਹਾ ਹੈ। ਜਿਹੜਾ ਗੁਰ ਦਾ ਸ਼ਬਦ ਹੈ ਉਸ ਨੂੰ ਵੀ ਰਤਨ ਕਿਹਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਛੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਾਹੇ ਪਠਾਇਆ ਸਾਹੇ ਪਾਸ। ਕਿੱਥੇ ਬਿਠਾ ਦਿੱਤਾ? ਕਹਿੰਦੇ ਉਸ ਪ੍ਰਭੂ ਦੇ ਪਾਸ ਹੀ ਬਿਠਾ ਦਿੱਤਾ ਸਾਨੂੰ। ਅਮੋਲ ਰਤਨ ਅਮੋਲਾ ਰਾਸ। ਕਹਿੰਦੇ ਉਹ ਰਤਨ ਅਮੋਲ, ਉਹ ਧਨ ਜਿਹੜਾ ਹੈ ਅਮੁੱਲ ਹੈ, ਕੋਈ ਕੀਮਤ ਨਹੀਂ ਹੈ। ਉਸ ਪਰਮੇਸ਼ਰ ਦੇ ਕੋਲ ਜਿਹੜਾ ਇਹ ਨਾਮ ਧਨ ਹੈ, ਇਹ ਅਮੁੱਲ ਹੈ, ਇਸ ਦੀ ਕੋਈ ਕੀਮਤ ਨਹੀਂ ਹੈ। ਪਰ ਗੁਰ ਦੇ ਗਿਆਨ ਦੁਆਰਾ, ਕਿਉਂਕਿ ਜਦੋਂ ਅਸੀਂ ਗੁਰ ਦਾ ਰਤਨ ਗਿਆਨ ਲੈ ਲੈਂਦੇ ਹਾਂ, ਪ੍ਰਭੂ ਨੂੰ ਪਾਉਂਦਾ ਹੈ, ਗੁਰ ਸਾਨੂੰ ਪ੍ਰਭੂ ਦੇ ਕੋਲ ਬਿਠਾ ਦਿੰਦਾ ਹੈ। ਬਿਸ਼ਟ ਸੁਭਾਈ ਪਾਇਆ ਮੀਤ। ਕਹਿੰਦੇ ਫਿਰ ਉਹ ਪਾ ਗਿਆ ਜਦੋਂ ਉਸ ਮਾਲਕ ਨੂੰ, ਉਹ ਬਿਸ਼ਟ ਹੋ ਗਿਆ, ਸਭ ਤੋਂ ਸ੍ਰੇਸ਼ਟ ਹੋ ਗਿਆ, ਕਿਉਂਕਿ ਪ੍ਰਭੂ ਨੂੰ ਪਾ ਲਿਆ। ਸੌਦਾ ਮਿਲਿਆ ਨਿਹਚਲ ਚੀਤ। ਕਹਿੰਦੇ ਸੌਦਾ ਮਿਲ ਗਿਆ ਤੇ ਮਨ ਹੁਣ ਨਿਹਚਲ ਹੋ ਗਿਆ, ਅਚਲ ਹੋ ਗਿਆ। ਜਿਹੜਾ ਮਨ ਪਹਿਲਾਂ ਚੱਲਣ ਵਿੱਚ ਸੀ, ਨਿਹਚਲ ਹੋ ਗਿਆ, ਕਿਉਂਕਿ ਸੌਦਾ ਨਾਮ ਮਿਲ ਗਿਆ। ਨਾਮ ਦੇ ਨਾਲ ਮਨ ਲਪਟਾ ਗਿਆ ਤੇ ਜਿਹੜਾ 10 ਦਿਸ਼ਾਵਾਂ ਨੂੰ ਦੌੜਦਾ ਸੀ, ਉਹ ਨਿਹਚਲ ਹੋ ਗਿਆ। ਪੌ ਨਹੀਂ ਤਸਕਰ ਪੌਣ ਨਾ ਪਾਣੀ। ਬਿਨਾ ਕੋਈ ਡਰ, ਨਾ ਉੱਥੇ ਕੋਈ ਚੋਰ ਹੈ, ਨਾ ਪੌਣ ਹੈ, ਨਾ ਪਾਣੀ ਹੈ। ਨਾ ਪੌਣ ਉਡਾ ਸਕਦੀ ਹੈ ਵੀ ਅੰਧੇਰੀ ਆ ਗਈ, ਕੋਈ ਚੀਜ਼ ਉੜ ਜਾਏਗੀ, ਪਾਣੀ ਆਏਗਾ ਡੋਬ ਲਏਗਾ, ਚੋਰ ਚੁਰਾ ਲੈਣਗੇ, ਕੁਛ ਨਹੀਂ ਹੈ। ਇਸ ਸੌਦੇ ਨੂੰ ਸਾਡੇ ਨੂੰ ਕੋਈ ਲੁੱਟ ਨਹੀਂ ਸਕਦਾ, ਕੋਈ ਚੁਰਾ ਨਹੀਂ ਸਕਦਾ, ਪਾਣੀ ਡੋਬ ਨਹੀਂ ਸਕਦਾ, ਹਰਾ ਨਹੀਂ ਸਕਦਾ, ਅਗਨ ਸਾੜ ਨਹੀਂ ਸਕਦੀ, ਡਰ ਹੀ ਨਹੀਂ ਕੋਈ। ਐਸਾ ਸੌਦਾ ਹੈ। ਸਹਿਜ ਬਿਹਾਜੀ ਸਹਿਜ ਲੈ ਜਾਨੀ। ਕਹਿੰਦੇ ਸਹਿਜ ਚੋਂ ਪ੍ਰਾਪਤ ਹੋਈ ਚੌਥੇ ਪਦ ਵਿੱਚ, ਤੇ ਉੱਥੇ ਹੀ ਉਸ ਨੂੰ ਵਸਾ ਲਿਆ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਇਹ ਸੌਦਾ ਨਹੀਂ ਆਉਂਦਾ। ਤ੍ਰੈ ਗੁਣਾਂ ਦੇ ਵਿੱਚ ਕਹਿਣ ਸੁਣ ਜਿੱਥੇ ਤੱਕ ਕੁਦਰਤ ਹੈ, ਉੱਥੇ ਸੌਦਾ ਨਹੀਂ ਹੈ। ਇਹ ਕਾਦਰ ਦੇ ਬਿਸਮਾਦ ਹੈ ਸਾਰਾ ਹੀ। ਇਸ ਕਰਕੇ ਚੌਥੇ ਪਦ 'ਚ ਹੀ ਲਿਆ, ਉੱਥੇ ਹੀ ਆਪਣਾ ਵਾਸਾ ਕਰ ਲਿਆ, ਉੱਥੇ ਧਿਆਨ ਲੈ ਕੇ ਜਾਂਦੇ, ਉੱਥੇ ਉਸ ਦੇ ਆਨੰਦ ਨੂੰ ਮਾਣਦੇ ਹਾਂ। ਸਤ ਕੈ ਖਟਿਆ ਦੁੱਖ ਨਹੀਂ ਪਾਇਆ।
ਕਹਿੰਦੇ ਇਹ ਸੱਚਾ ਧਨ ਖੱਟ ਲਈਏ ਫਿਰ ਦੁੱਖ ਨਹੀਂ ਪਾਉਣਾ ਪਏਗਾ। ਜਿਹੜਾ 84 ਲੱਖ ਜੂਨਾਂ ਦਾ ਗੇੜ ਹੈ ਉਸ ਤੋਂ ਛੁਟਕਾਰਾ ਹੋ ਜਾਂਦਾ, ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ। ਇਹ ਸੱਚਾ ਧਨ ਹੈ। ਸਹੀ ਸਲਾਮਤ ਘਰ ਲੈ ਆਇਆ, ਘਰ ਦੇ ਵਿੱਚ ਵਾਸਾ ਹੋ ਗਿਆ। ਘਰ ਕਿਹੜਾ ਸਾਡਾ? ਜਿਹੜਾ ਸਦਾ ਸਲਾਮਤ ਹੈ। ਆਹ ਘਰ ਢਹਿਣ ਵਾਲਾ, ਸਰੀਰ ਵੀ ਢਹਿਣ ਵਾਲਾ ਹੈ, ਜਿਹੜੇ ਸੰਸਾਰੀ ਘਰ ਵੀ ਛੱਡ ਜਾਣੇ। ਜਿਹੜਾ ਉਹ ਘਰ ਹੈ ਉਹ ਸਦਾ ਹੀ ਸਲਾਮਤ ਹੈ, ਕਿਉਂਕਿ ਉਹਦੇ 'ਚ ਬਸਣ ਵਾਲਾ ਵੀ ਕੌਣ ਹੈ? ਪਰਮੇਸ਼ਰ, ਜਿਹੜਾ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਜੋ ਉਸ ਨੂੰ ਪਾਉਂਦੇ ਉਹ ਕਾਰ ਕਰਦੇ ਹਾਂ। ਫਿਰ ਅਸੀਂ ਉਸ ਘਰ ਵਿੱਚ ਵਸਦੇ, ਜਿਹੜਾ ਘਰ ਕਦੇ ਢਹਿੰਦਾ ਨਹੀਂ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੋ ਨਾ ਢਹੰਦੋ ਮੂਲ ਸੋ ਕਰ ਰਾਸ ਕਰ, ਕਦੇ ਨਾ ਜਾਏ ਮਰ, ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ। ਕਹਿੰਦੇ ਇੱਕ ਨੂੰ ਚਿੱਤ 'ਚ ਵਸਾ ਲਿਆ, ਜਿਹੜਾ ਨਾ ਮਰਦਾ ਨਾ ਉਹ ਘਰ ਢਹਿੰਦਾ ਹੈ, ਉਹ ਘਰ ਕਹਿੰਦੇ ਪ੍ਰਾਪਤ ਹੋ ਗਿਆ। ਮਿਲਿਆ ਲਾਹਾ ਪਏ ਆਨੰਦ, ਕਹਿੰਦੇ ਅਸਲੀ ਲਾਹਾ ਪ੍ਰਾਪਤ ਹੋ ਗਿਆ, ਮਨ ਆਨੰਦ ਵਿੱਚ ਆ ਗਿਆ। ਧਨ ਸਾ ਪੂਰੇ ਬਖਸ਼ਿੰਦ, ਕਹਿੰਦੇ ਪੂਰੇ ਪ੍ਰਭੂ ਨੇ ਸਾਨੂੰ ਉਹ ਬਖਸ਼ਿਸ਼ ਕੀਤੀ। ਧਨ ਹੈ ਉਹ ਪ੍ਰਭੂ ਜਿਹਨੇ ਸਾਨੂੰ ਉਹ ਬਖਸ਼ਿਸ਼ ਕੀਤੀ, ਅਤੇ ਅਸੀਂ ਉਸ ਘਰ ਵਿੱਚ ਆ ਗਏ ਜਿੱਥੇ ਕਦੇ ਘਾਟਾ ਨਹੀਂ ਹੈ, ਜਿੱਥੇ ਹਮੇਸ਼ਾ ਲਾਹਾ ਹੀ ਲਾਹਾ ਹੈ। ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ, ਪਰ ਇਹ ਸੌਦਾ ਜਿਹੜਾ ਹੈ ਕਿਸੇ ਵਿਰਲੇ ਵਿਰਲੇ ਗੁਰਮੁਖ ਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਸਾਡਾ ਫਿਰ ਅੱਗੇ ਸੌਦਾ ਕਰਵਾਉਂਦਾ ਹੈ। ਸਹਿਲੀ ਖੇਪ ਨਾਨਕ ਲੈ ਆਇਆ, ਕਹਿੰਦੇ ਇਹੀ ਅਸਲੀ ਖੇਪ ਹੈ, ਖਜ਼ਾਨਾ ਹੈ, ਸੁਹੇਲਾ ਹੈ। ਇਹ ਨਾਨਕ, ਗੁਰੂ ਨਾਨਕ ਸਾਹਿਬ ਜੀ ਐਸਾ ਖਜ਼ਾਨਾ ਲੈ ਕੇ ਆਏ। ਫਿਰ ਉਹਨਾਂ ਉਹੀ ਖਜ਼ਾਨਾ ਭਾਈ ਲੈਣੇ ਨੂੰ ਦਵਾਇਆ, ਅੰਗਦ ਜੀ ਨੂੰ, ਫਿਰ ਉਹਨਾਂ ਅਮਰਦਾਸ ਜੀ ਨੂੰ, ਉੱਥੋਂ ਰਾਮਦਾਸ ਜੀ ਨੂੰ, ਫਿਰ ਪੰਚਮ ਪਾਤਸ਼ਾਹ। ਇੱਦਾਂ ਇਹ ਖਜ਼ਾਨਾ ਅੱਗੇ ਤੇ ਅੱਗੇ ਆਉਂਦਾ ਗਿਆ। ਇਹ ਖਜ਼ਾਨਾ ਕਿਹੜਾ ਸੀ? ਅਕਥ ਕਥਾ ਦਾ। ਗੁਰ ਅੰਗਦ ਦਿਓ ਨਿਦਾਨ, ਅਕਥ ਕਥਾ ਗਿਆਨ। ਖਜ਼ਾਨਾ ਕਿਹੜਾ ਦਿੱਤਾ? ਅਕਥ ਕਥਾ ਦਾ। ਇਹ ਖਜ਼ਾਨਾ ਅੱਗੇ ਤੇ ਅੱਗੇ ਗੁਰਮੁਖਾਂ ਨੂੰ ਪ੍ਰਭੂ ਬਖਸ਼ਦਾ। ਫਿਰ ਉਹ ਗੁਰਮੁਖ ਸਾਨੂੰ ਉਸ ਪ੍ਰਭੂ ਦੇ ਨਾਲ ਜੋੜਦੇ ਨੇ, ਉਹ ਸੌਦਾ ਕਰਾਉਂਦੇ ਨੇ ਵੀ ਆਓ ਭਾਈ ਇੱਥੇ ਆਪਾਂ ਸੌਦਾ ਕਰਨਾ ਹੈ। ਪਰ ਕਰਦੇ ਕੌਣ ਨੇ? ਜਿਨ੍ਹਾਂ ਨੂੰ ਅੰਦਰ ਚਾਅ ਪੈਦਾ ਹੁੰਦਾ ਹੈ ਵੀ ਅਸੀਂ ਵੀ ਨਾਮ ਨੂੰ ਜਾਣਨਾ ਹੈ, ਅਸੀਂ ਵੀ ਨਾਮ ਨੂੰ ਬੁੱਝਣਾ ਹੈ, ਅਸੀਂ ਵੀ ਨਾਮ ਦੇ ਦਰਸ਼ਨ ਕਰਨੇ ਨੇ, ਅਸੀਂ ਵੀ ਆਪਣੀ ਜੋਤ ਨੂੰ ਦੇਖਣਾ ਹੈ, ਜਿਹੜਾ 4 ਯੁਗਾਂ ਤੋਂ ਵਿਛੜੀ ਹੈ, ਜੋ ਆਪਣੇ ਆਪ ਨੂੰ ਭੁੱਲ ਗਈ ਹੈ। ਅਸੀਂ ਵੀ ਆਪਣੇ ਆਪ ਨੂੰ ਵੀ ਦੇਖਣਾ ਅਤੇ ਪ੍ਰਭੂ ਨੂੰ ਦੇਖਣਾ ਕਿ ਸਾਡਾ ਕਿੰਨਾ ਸੁੰਦਰ ਰੂਪ ਹੈ, ਜੋ ਕਿ ਅਸੀਂ ਮੈਲ ਲੱਗ ਕੇ ਹਉਮੈ ਦੀ ਕਾਲਾ ਸ਼ਾਹ ਹੋ ਗਿਆ ਹੈ, ਕਿਵੇਂ ਧੋਣਾ ਹੈ ਨਾਮ ਦੇ ਨਾਲ। ਇਹ ਸਾਰਾ ਫਿਰ ਜਿਨ੍ਹਾਂ ਨੂੰ ਇਹ ਬਾਣੀ ਦੇ ਜੋ ਵਿਸ਼ਵਾਸ ਕਰਦੇ ਨੇ, ਕਿਉਂਕਿ ਬਾਣੀ 'ਤੇ ਵਿਸ਼ਵਾਸ ਕਰਨ ਵਾਲੇ ਬੜੇ ਥੋੜ੍ਹੇ ਨੇ। ਅੱਜ ਦਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ, ਬਾਹਰੋਂ ਤਾਂ ਇਹ ਲੱਗਦਾ ਹੈ ਵੀ ਇਹ ਗੁਰਬਾਣੀ ਦੇ ਪ੍ਰਚਾਰਕ ਨੇ, ਲੇਕਿਨ ਅਸਲ ਦੇ ਵਿੱਚ ਉਹ ਸਾਡਾ ਵਿਸ਼ਵਾਸ ਗੁਰਬਾਣੀ ਤੋਂ ਤੋੜ ਰਹੇ ਨੇ। ਕਿਉਂਕਿ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਫਿਰ ਗੁਰਬਾਣੀ ਨੂੰ ਸੁਣ ਕੇ ਫਿਰ ਮੰਨਦੇ ਨੇ ਵੀ ਹਾਂ ਜੋ ਲਿਖਿਆ ਸਤ ਲਿਖਿਆ ਹੈ, ਨਾਮ ਹੈ ਸਾਡੇ ਅੰਦਰ ਹੀ ਹੈ, ਲੇਕਿਨ ਸਾਨੂੰ ਜਦ ਤੱਕ ਗਿਆਨ ਨਹੀਂ ਮਿਲਦਾ, ਉਹ ਕਰਦਾ ਸੋਝੀ ਨਹੀਂ ਆਉਂਦੀ, ਦਰ ਨਹੀਂ ਖੁੱਲ੍ਹਦਾ, ਅਸੀਂ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੋ ਪਿਆਰਿਓ, ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ। ਸਮਾਂ ਅੱਜ ਵੀ ਥੋੜ੍ਹਾ ਜ਼ਿਆਦਾ ਹੋ ਗਿਆ, ਅੱਜ ਵੀ ਆਪਾਂ ਅਭਿਆਸ ਹੀ ਕਰਾਂਗੇ। ਆਓ ਨੇਤਰ ਸਮ ਕਰੀਏ।
ध्यान नीचे ले जाओ। फिर सम करके देखे अपने आप नू। फिर नीचे ले जाओ ध्यान। बिल्कुल रिलैक्स देखना है नीचे।
और सम करके देखिए फिर अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਅਭਿਆਸ ਹੈ ਜਿਹੜਾ, ਇਹ ਗੁਣ ਹੈ। ਜੇ ਆਪਾਂ ਇਸ ਨੂੰ ਪੱਲੇ ਬੰਨ ਲਿਆ, ਇਹ ਹੀ ਗੁਣ ਸਾਨੂੰ ਪ੍ਰਭੂ ਦੇ ਪਾਸ ਲੈ ਜਾਂਦਾ ਹੈ। ਕਿਉਂਕਿ ਗੁਣ ਨੇ, ਜਿਸ ਨੂੰ ਗੁਰ ਵੀ ਕਹਿ ਦਿੱਤਾ, ਗੁਣ ਵੀ ਕਹਿ ਦਿੱਤਾ, ਜਿਸ ਨੂੰ ਸੱਚਾ ਨਾਮ ਵੀ ਕਹਿ ਦਿੱਤਾ। ਸੱਚੋ ਸੱਚਾ ਨਾਏ ਗੁਣ ਗੋਬਿੰਦ ਹੈ ਜੀਓ। ਵੀ ਇਹੀ ਗੁਣ ਹੀ ਗੋਬਿੰਦ, ਇਹੀ ਸੱਚਾ ਨਾਮ ਹੈ। ਜੇ ਇਸ ਨੂੰ ਆਪਾਂ ਪੱਲੇ ਬੰਨ ਲਿਆ, ਇਹ ਇਸ ਲਿਜਾ ਕੇ ਸਾਨੂੰ ਕਿਸ ਦੇ ਪਾਸ ਬੈਠਾ ਦਿੰਦਾ? ਸੱਚੇ ਸ਼ਾਹ ਦੇ ਕੋਲ, ਜੋ ਪਰਮੇਸ਼ਰ ਹੈ, ਜਿਸ ਨੇ ਸਾਨੂੰ ਇੱਕ ਖਜ਼ਾਨਾ ਬਖਸ਼ਿਸ਼ ਕਰਨਾ ਹੈ। ਜਿਸ ਵਸਤੂ ਨੂੰ ਆਪਾਂ ਲੈਣ ਵਾਸਤੇ ਆਏ ਹਾਂ, ਜਦ ਤੱਕ ਅਸੀਂ 9 ਦਰਾਂ 'ਤੇ ਰਹਾਂਗੇ, ਉਹ ਵਸਤੂ ਸਾਨੂੰ ਨਹੀਂ ਮਿਲਦੀ, ਕਿਉਂਕਿ 10ਵੇਂ ਦੁਆਰ 'ਚ ਹੈ। 9 ਦਰਾਂ 'ਤੇ ਅਸੀਂ ਠੱਗੇ ਜਾਂਦੇ, ਚੋਰਾਂ ਦਾ ਵਾਸਾ ਹੈ, ਠੱਗਾਂ ਦਾ ਵਾਸਾ ਹੈ। 10ਵੇਂ ਦੇ ਵਿੱਚ ਮਾਲਕ ਵਸਦਾ ਹੈ। ਇਸ ਕਰਕੇ ਬਾਬਾ ਕਬੀਰ ਜੀ ਸਮਝਾਉਂਦੇ ਨੇ, 9 ਦਰ ਦੇਖ ਜੇ ਕਾਮਨ ਭੁੱਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੈ ਕਰ ਮੁਸੈ, 10ਵੇਂ ਤੱਤ ਸਮਾਈ। ਸੋ ਪਿਆਰਿਓ, ਇੰਨੀ ਕੁ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ, ਕਿਉਂਕਿ ਆਪਾਂ ਭੁੱਲਣ ਚਾਹਾਂ ਤੇ ਪਰਮੇਸ਼ਰ ਅਭੁੱਲ ਹੈ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।